अस्सलाम वालेकुम, मैं हाँ साकब मुश्ताक। तुसी वेख रहे हो साकब की दुनिया 8232। उम्मीद है कि तुसी सारे भाई ठीक होवोगे। अज तो तकरीबन 20-25 साल पहले लोग डंगरां जानी जोग बनाई हुंदी सी। दो ढग्गे हुंदे सी, उन्हां दे जरिए हल वाउंदे सी ते एक पोर लाई हुंदी सी, ਉਹਦੇ ਜ਼ਰੀਏ ਨਰਮੇ ਦਾ ਘੇਰਾ ਕਰਦੇ ਸੀ, ਜਿਹਦੇ ਵਿੱਚ ਜ਼ਿਮੀਂਦਾਰ ਵਿਚਾਰੇ ਨੂੰ ਬਹੁਤ ਜ਼ਿਆਦਾ ਖਪਣਾ ਪੈਂਦਾ ਸੀ ਤੇ ਬਹੁਤ ਜ਼ਿਆਦਾ ਟਾਈਮ ਵੀ ਵੇਸਟ ਹੁੰਦਾ ਸੀ। ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ, ਕੰਮ 'ਚ ਆਸਾਨੀ ਵੀ ਹੁੰਦੀ ਗਈ ਤੇ ਮਸ਼ੀਨਰੀ ਜਦੀਦ ਆਉਂਦੀ ਗਈ, ਜਿਨ੍ਹਾਂ ਦਾ ਕੰਮ ਘੰਟਿਆਂ ਤੇ ਘੰਟਿਆਂ ਦਾ ਕੰਮ ਮਿੰਟਾਂ 'ਚ ਹੋਣਾ ਸ਼ੁਰੂ ਹੋ ਗਿਆ। ਅੱਜ ਦੇ ਮੌਜੂਦਾ ਦੌਰ ਦੇ ਵਿੱਚ ਜ਼ਿਆਦਾਤਰ ਹੁਣ ਜਿਹੜਾ ਤਰੀਕਾਕਾਰ ਨਰਮਾ ਕੇਰਨ ਜਾਂ ਬੀਜਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਉਹ ਵੇ ਡਰਿਲ ਦੇ ਜ਼ਰੀਏ ਤੇ ਜਾਂ ਪਲੰਟਰ ਦੇ ਜ਼ਰੀਏ। ਆਓ ਹੁਣ ਜ਼ਿਮੀਂਦਾਰਾਂ ਬਾਈਆਂ ਨਾਲ ਇਸੇ ਬਾਰੇ ਹੀ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜ਼ਿਆਦਾ ਡਰਿਲ ਨਾਲ ਘੇਰਿਆ ਜਾ ਰਿਹਾ ਜਾਂ ਪਲੰਟਰ ਦੇ ਜ਼ਰੀਏ, ਔਰ ਇਹਨਾਂ ਦੇ ਕੀ ਫਾਇਦੇ ਨੇ ਔਰ ਡਰਿਲ ਦਾ ਕੀ ਨੁਕਸਾਨ ਹੈ। ਇਹ ਸਾਰਾ ਕੁਝ ਸਾਨੂੰ ਅੱਜ ਭਾਈ ਅਜਮਲ ਹੁਣੀ ਦੱਸਣਗੇ। अस्सलाम वालेकुम भाई। वालेकुम सलाम भाजी की हाल चाल ने? अल्हम्दुलिल्लाह खैरियत है। साकब ਤੁਸੀਂ ਸੁਣਾਓ? ਅਲਹਮਦੁਲਿਲਾ ਜੀ, ਸ਼ੁਕਰ ਹੈ। ਅੱਛਾ ਭਾਈ ਅਜਮਲ, ਮੈਂ ਇੱਥੋਂ ਦੀ ਗੁਜ਼ਰ ਰਿਹਾ ਸੀ, ਵੇਖਿਆ ਕਿ ਭਾਈ ਹੁਣੀ ਲੱਗੇ ਨੇ ਤੇ ਲੋਕ ਤੇ ਇਸ ਟਾਈਮ ਆਰਾਮ ਕਰ ਰਹੇ ਆ ਤੇ ਤੁਸੀਂ ਇਹ 12:30 ਵਜੇ ਕੰਮ 'ਚ ਮਸਰੂਫ ਜੇ। ਅਸਾਂ ਭਾਈ ਅੱਜ ਕੱਲ੍ਹ ਇਸ ਟਾਈਮ ਆਵਾਮ ਦੀ ਖਿਦਮਤ ਕਰ ਰਹੇ ਹਾਂ। ਅੱਛਾ ਹਾਂਜੀ, ਨਰਮੇ ਦੀ ਬਿਜਾਈ ਦਾ ਜਿਹੜਾ ਫੁੱਲ ਜ਼ੋਰਾਂ 'ਚ ਕੰਮ ਚੱਲ ਰਿਹਾ। ਅੱਛਾ ਹਾਂਜੀ, ਇਹ ਨਰਮਾ ਬੀਜਣ ਵਾਸਤੇ ਆ ਕੀ ਬਣ ਰਿਹਾ ਹੈ? ਇਹ ਜੀ ਖੇਲਾਂ ਮਾਰਨੀਆਂ ਜੀ, ਇਹਨੂੰ ਕਹਿੰਦੇ ਕਿ ਪਲੰਟਰ ਤੇ ਨਰਮਾ ਕੇ ਰਹੇ, ਖੇਲਾਂ ਤੇ ਲਾ ਰਹੇ। ਅੱਛਾ ਹਾਂਜੀ। ਅੱਛਾ ਭਾਜੀ, ਇਹ ਪਹਿਲੇ ਤੇ ਉਹ ਡਰਿਲ ਵਗੈਰਾ ਨਾਲ ਨਹੀਂ ਸੀ ਬੀਜਦੇ? ਉਹ ਭਾਈ ਪਹਿਲੇ ਕਿਉਂਕਿ ਹੁਣ ਟੈਂਪਰੇਚਰ ਜ਼ਿਆਦਾ ਹੋ ਗਿਆ ਹੈ ਕਿ ਡਰਿਲ ਵਾਲਾ ਨਰਮਾ ਉਹਦੇ ਸਾਰ ਹੀ ਸੜ ਜਾਂਦਾ। ਅੱਛਾ, ਜਿਹਦੀ ਵਜ੍ਹਾ ਤੋਂ ਜ਼ਿਮੀਂਦਾਰ ਡਰਦੇ ਜਿਹੜੇ ਨਾ ਪਲੰਟਰ ਕਰ ਰਹੇ ਆ। ਅਜਮਲ, ਇਹ ਪਲੈਂਟਰ ਲਾ ਤੁਸੀਂ ਨਰਮਾ ਬੀਜ ਰਹੇ ਹੋ ਜੀ ਤੇ ਇਹਦੇ ਕੀ ਫਾਇਦੇ ਨੇ ਉਹ ਦੱਸੋ ਜ਼ਿਮੀਂਦਾਰਾਂ ਨੂੰ। ਫਾਇਦੇ ਇਹ ਆ ਕਿ ਜਿਹੜੀ ਨਰਮੇ ਦੀ ਜਰਮੀਨੇਸ਼ਨ ਪੂਰੀ ਹੋ ਜਾਂਦੀ ਆ। ਅੱਛਾ। ਤੇ ਉਹ ਡਰਿਲ ਕਾਸਟ ਜਿਹੜੀ ਆ ਨਾ, ਕਿਉਂਕਿ ਟੈਂਪਰੇਚਰ ਹੋ ਗਿਆ ਬਹੁਤ ਜ਼ਿਆਦਾ। ਹਾਂਜੀ। ਤੇ ਲੋਹਾਂ ਚੱਲਣ ਲੱਗ ਪਈਆਂ ਸਾਡੇ ਇਲਾਕੇ 'ਚ। ਅੱਛਾ। ਗਰਮ ਹਵਾ ਕਹਿੰਦੇ ਆ ਕਿ ਉਹ ਕਿਉਂਕਿ ਡਰਿਲ ਦਾ ਉਗਦਾ ਹੀ ਜਿਹੜਾ ਨਾ ਸੜ ਜਾਂਦਾ। ਅੱਛਾ। ਹਾਂਜੀ, ਇਹਦੀ ਵਜ੍ਹਾ ਤੋਂ ਫਿਰ ਪਲੰਟਰ ਕਰਨ ਨਾਲ ਫਿਰ ਪਾਣੀ ਲੱਗਦਾ ਨਾਲ ਤੇ ਫਿਰ ਪੌਦੇ ਜਿਹੜੇ ਬਚ ਜਾਂਦੇ ਆ। ਅੱਛਾ ਭਾਈ ਅਜਮਲ, ਇਹ ਨਰਮਾ ਬੀਜਣ ਦੇ ਕਿੰਨੇ ਤਰੀਕੇਕਾਰ ਨੇ? ਇਹ ਜੀ ਜਿਹੜਾ ਜ਼ਿਲ੍ਹਾ ਭਾਵਨਗਰ ਦੇ ਚਿਸ਼ਤੀਆਂ ਦੇ ਏਰੀਏ ਦੇ ਸਾਡੇ ਵਾਲ ਦੇ ਦੋ ਹੀ ਤਰੀਕੇਕਾਰ ਨੇ, ਇੱਕ ਡਰਿਲ ਕਾਸਟ ਤੇ ਇੱਕ ਪਲੰਟਰ ਕਾਸਟ। ਅੱਛਾ। ਹਾਂਜੀ, ਹੁਣ ਜ਼ਿਆਦਾ ਇਸ ਟਾਈਮ ਪਲੰਟਰ ਕਾਸਟ ਹੋ ਰਹੀ ਹੈ। ਪਹਿਲੇ ਵਕਤਾਂ 'ਚ ਢੱਗਿਆਂ ਨਾਲ ਬੀਜਦੇ ਹੁੰਦੇ ਸੀ, ਪੋਰ ਨਾਲ। ਹਾਂਜੀ, ਉਹ ਵੀ ਦੌਰ ਆਇਆ ਸੀ, ਬਸ ਆਸਤਾ ਆਸਤਾ ਵਕਤ ਦੇ ਹਿਸਾਬ ਨਾਲ ਸਾਰਾ ਖਤਮ ਹੋ ਗਿਆ। ਹਾਂਜੀ, ਹੁਣ ਡਰਿਲ ਕਾਸਟ ਵੀ ਤਕਰੀਬਨ ਖਤਮ ਹੋ ਜਾ ਰਹੀ ਹੈ। ਜ਼ਿਆਦਾ ਪਲੰਟਰ ਹੁਣ, ਪਹਿਲੇ ਪਲੰਟਰ ਸਿਸਟਮ ਸੀ ਕਿ ਕੇਰਾ ਹੁੰਦਾ ਸੀ, ਹੁਣ ਮਸ਼ੀਨਾਂ ਵਗੈਰਾ ਆ ਗਈਆਂ, ਮਗਰ ਲੱਗਣ ਲੱਗ ਪਈਆਂ। ਅੱਗੇ 10 ਕਿਲੋ 12 ਕਿਲੋ ਬੀਜ ਕੇਰੀ ਦਾ ਸੀ। ਹਾਂਜੀ। ਤੇ ਹੁਣ ਮਾਸ਼ਾਅੱਲਾ ਮਸ਼ੀਨਾਂ ਆ ਗਈਆਂ, 4-5 ਕਿਲੋ ਬੀਜ ਨਾਲ ਇੱਕ ਲੱਗ ਜਾਂਦਾ ਜੀ। ਅੱਛਾ। ਹਾਂਜੀ, ਜਦੀਦ ਕੰਮ ਹੋ ਗਿਆ ਜੀ ਹੁਣ। ਇਹ ਪਲੰਟਰ ਆਏ ਨੂੰ ਕਿੰਨੇ ਸਾਲ ਹੋ ਗਏ ਨੇ? ਪਲੰਟਰ ਆਏ ਨੂੰ ਤਕਰੀਬਨ ਕਾਫੀ ਸਾਲ ਹੋ ਗਏ ਨੇ। ਬਹਰਹਾਲ ਹੁਣ ਲੋਕਾਂ 'ਚ ਜ਼ਿਆਦਾ ਸ਼ੌਕ ਪੈਦਾ ਹੋ ਗਿਆ ਕਿ ਉਹਦੀ ਵਜ੍ਹਾ ਤੋਂ ਲੋਕ ਜ਼ਿਆਦਾ ਪਲੰਟਰ ਹੀ ਕਰਵਾਉਂਦੇ ਆ। ਅੱਛਾ, ਜਿਹੜੀਆਂ ਖੇਲਾਂ ਬਣਾ ਰਹੇ ਹੋ, ਇਹਨਾਂ ਦੇ ਕੀ ਫਾਇਦੇ ਨੇ ਵੀ ਦੱਸੋ ਨਾ। ਨਹੀਂ, ਫਾਇਦੇ ਇਹ ਆ ਕਿ ਇਹਨਾਂ ਦੇ ਪਾਣੀ ਦੀ ਜਿਹੜੀ ਬਚਤ ਹੋ ਜਾਂਦੀ ਹੈ। ਕਮ ਪਾਣੀ ਉੱਥੇ ਜਿਹੜਾ ਪਲੰਟਰ ਤੇ ਕਰਨਾ ਚਾਹੀਦਾ। ਫਿਰ ਜਿੱਥੇ ਦੂਸਰਾ ਡਰਿਲ ਵਾਲੇ ਨਰਮਾ ਤਕਰੀਬਨ 2 ਏਕੜ ਭਰਦਾ, ਉੱਥੇ 3 ਏਕੜ ਭਰ ਜਾਂਦਾ। ਅੱਛਾ, ਬਾਕੀ ਸਪਰੇਅ ਕਰਨ 'ਚ ਤੇ ਗੋਡੀ ਕਰਨ 'ਚ ਇਹ 'ਚ ਮੁਸ਼ਕਲ ਹੈ, ਡਰਿਲ ਵਾਲੇ 'ਚ ਆਸਾਨੀ ਆ। ਅੱਛਾ, ਮੁਸ਼ਕਲ ਕਿਵੇਂ ਇਹਦੇ 'ਚ? ਮੁਸ਼ਕਲ ਇਹ 'ਚ ਹੈ ਨਾ ਕਿ ਫਿਰ ਲੇਬਰਾਂ ਨਹੀਂ ਮਿਲਦੀਆਂ ਹੈਗੀਆਂ। ਅੱਛਾ। ਉਵੇਂ ਹਾਂਜੀ, ਇਹਦੇ ਵਿੱਚ ਰੇਜਰ ਵਗੈਰਾ ਨਹੀਂ ਚੱਲਦੇ ਹੈਗੇ। ਜੇ ਚਲਾਈਏ ਜਾਂ ਰੂਟਾ ਵਗੈਰਾ, ਜਿਹੜਾ ਡਰਿਲ ਕਾਸਟ ਹੁੰਦੀ ਆ ਉਹ 'ਚ ਇਹਦੇ ਜ਼ਾਰ ਬਣੇ ਹੁੰਦੇ ਆ, ਰੇਜਰ ਚੱਲ ਜਾਂਦਾ। ਅੱਛਾ। ਰੂਟਾਵੈਟਰ ਚੱਲ ਜਾਂਦਾ, ਗੋਡੀ ਵਾਲਾ ਨੂੰ ਕਿਹਾ ਜਾਂਦਾ। ਉਹ 'ਚ ਆਸਾਨੀ ਪੈਦਾ ਹੋ ਜਾਂਦੀ ਹੈ, ਜਿਹੜਾ ਇਹਦੇ ਵਿੱਚ ਜੜੀ ਬੂਟੀਆਂ ਖਤਮ ਕਰਨ ਵਾਸਤੇ। ਇਹਦੇ ਵਾਸਤੇ ਮਜ਼ਦੂਰ ਹੀ ਚਾਹੀਦੇ, ਗੋਡੀ ਵਾਸਤੇ। ਮਜ਼ਦੂਰ ਹੁਣ ਲੋਕ ਇਸ ਤੋਂ ਜ਼ਿਆਦਾ ਪਲੰਟਰ ਵਾਲ ਸ਼ਿਫਟ ਹੋ ਗਏ, ਕਿਉਂਕਿ ਨਰਮੇ ਆ ਗਏ। ਟ੍ਰਿਪਲ ਜੀਨ ਗਲਾਫੋਸੇਟ ਸਪਰੇਅ ਇੱਕ ਗੰਦ ਵਾਲੀ। ਅੱਛਾ। ਉਹ ਹੋ ਜਾਂਦੀ ਆ ਕਿ ਹੁਣ ਗੰਦ ਕੰਟਰੋਲ ਹੋ ਜਾਂਦਾ, ਜਿਹਦੀ ਵਜ੍ਹਾ ਤੋਂ ਨਾ ਹੁਣ ਲੋਕ ਪਲੰਟਰ ਵੱਲ ਜ਼ਿਆਦਾ ਤਵੱਜੋ ਦੇ ਰਹੇ ਆ। ਅੱਛਾ ਭਾਈ ਅਜਮਲ, ਇਹ ਕਿੱਲੇ ਦੇ ਵਿੱਚ ਕਿੰਨਾ ਬੀਜ ਨਰਮੇ ਦਾ ਲਾਉਂਦੇ ਹੋ? ਅਸਾਂ ਇਸ ਟਾਈਮ ਜਿਹੜਾ ਲਾ ਰਹੇ 8 ਕਿਲੋ ਘੇਰ ਰਹੇ ਆ, ਕਿਉਂਕਿ ਤਕਰੀਬਨ ਸੀਜ਼ਨ ਐਂਡ ਹੋਇਆ ਪਿਆ ਆ। ਅੱਛਾ। ਟੈਂਪਰੇਚਰ ਜ਼ਿਆਦਾ ਹੋ ਗਿਆ। ਜੇ 5-6 ਕਿਲੋ ਘੇਰਨੇ ਆ ਤੇ ਫਿਰ ਜਰਮੀਨੇਸ਼ਨ ਕਮ ਹੁੰਦੀ ਆ। ਅੱਛਾ। ਹਾਂਜੀ, ਉਹਦੀ ਵਜ੍ਹਾ ਤੋਂ 8 ਕਿਲੋ ਘੇਰ ਰਹੇ ਆ। 8 ਕਿਲੋ ਨਾਲ ਮਾਸ਼ਾਅੱਲਾ ਜਰਮੀਨੇਸ਼ਨ ਬੜੀ ਪਿਆਰੀ ਹੋ ਜਾਂਦੀ ਹੈ। ਅੱਛਾ ਭਾਈ ਅਜਮਲ, ਇਹ ਜਿਹੜੇ ਆਪਣੇ ਵਡਕੇ ਸੀ ਉਹ ਵੀ ਇੰਨਾ ਹੀ ਬੀਜ ਪਾਉਂਦੇ ਸੀ ਜਾਂ ਘੱਟ ਪਾਉਂਦੇ ਸੀ ਪਹਿਲੇ? ਉਹ ਜੀ ਪਹਿਲੇ ਘੱਟ ਪਾਉਂਦੇ ਹੁੰਦੇ ਸੀ, ਉਦੋਂ ਹੋ ਜਾਂਦਾ ਸੀ, ਹੁਣ ਨਹੀਂ ਹੁੰਦਾ। ਹੁਣ ਅਸਾਂ ਇਸ ਟਾਈਮ ਡਰਿਲ ਕਾਸਟ ਕੀਤੀ, 15-15 ਕਿਲੋ ਵੀ ਘੇਰਿਆ ਡਰਿਲ ਕਾਸਟ। ਹਾਂਜੀ। ਕੋਈ ਨੁਕਸਾਨ ਤੇ ਨਹੀਂ?
ਨਹੀਂ ਨੁਕਸਾਨ ਹੀ ਬਾਅਦ ਚੋਂ ਫਿਰ ਛਿਦਰਾਈ ਕਰਾ ਲਈਦੀ ਆ। ਅੱਛਾ ਭਾਈ ਅਜਮਲ, ਆਪਣੇ ਇਲਾਕੇ 'ਚ ਇਸ ਵਕਤ ਕਿਹੜੇ ਬੀਜ ਜਿਹੜੇ ਆ ਕਾਸ਼ਤ ਕਰ ਰਹੇ ਨੇ ਆਪਣੇ ਇਲਾਕੇ 'ਚ ਅੱਲਾ ਖੈਰ ਕਰੇ, ਸੈਟੋ ਚੱਲ ਰਿਹਾ, ਕੋਈ 23 ਲਾ ਰਿਹਾ, ਕੋਈ 24 ਲਾ ਰਿਹਾ, ਕੋਈ 25 ਲਾ ਰਿਹਾ, ਬਸ ਸੈਟੋ ਦੀ ਵੈਰਾਈਟੀ ਚੱਲ ਰਹੀ ਆ। ਅਸਾਂ ਕਿਆਰੀ ਦਾ ਕੰਮ ਕਰਨੇ ਆ ਨਾ, ਜਿੱਥੇ ਵੀ ਗਏ ਆ ਤਕਰੀਬਨ ਅਸਾਂ ਪੌਣੇ 200 ਏਕੜ ਜਿਹੜਾ ਘੇਰਤਾ। ਅੱਛਾ, ਸਭ ਲੋਕ ਸੈਟੋ ਹੀ ਲਾ ਰਹੇ ਆ। ਇਹ ਸੈਟੋ ਦਾ ਕੀ ਕੁਆਲਿਟੀ ਹੈ, ਕੀ ਫਾਇਦੇ ਸੈਟੋ ਦਾ ਨੇ? ਇਹ ਫਾਇਦਾ ਨਾ ਕਿ ਇੱਕ ਤੇ ਇਹਨੂੰ ਬਿਮਾਰੀ ਵਗੈਰਾ ਘੱਟ ਹੁੰਦੀ ਆ, ਸਾਰ ਮੱਖੀ ਦੀ ਸਪਰੇਅ ਨਹੀਂ ਕਰਨੀ ਪੈਂਦੀ। ਉਸ ਤੋਂ ਬਾਅਦ ਇਹ ਪਾਣੀ ਕੰਮ ਲੈਂਦਾ ਆ ਤੇ ਸਪਰੇਵਾਂ ਦੀ ਖਰਚਾ ਘੱਟ ਆ ਤੇ ਖੁਰਾਕ ਵੀ ਜਿਹੜੀ ਘੱਟ ਆ। ਅੱਛਾ, ਹਾਂਜੀ, ਦੂਸਰੇ ਨਰਮੇ ਨਾਲੋਂ ਜਿਹੜਾ ਗਲਾਫੋਸੇਟ ਬਾਕੀ ਆ ਵੈਰਾਈਟੀਆਂ ਉਹਨਾਂ ਨਾਲੋਂ ਇਹਦਾ ਖਰਚੇ ਦਾ ਅੱਧਾ ਫਰਕ ਹੈ। ਸਹੀ ਹੋ ਗਿਆ। ਹਾਂਜੀ, ਜਿਹੜਾ ਰਕਬਾ ਪੈਦਾਵਾਰ ਇਹਦੀ ਕੈਸੀ ਹੈ? ਪੈਦਾਵਾਰ ਇਹਦੀ ਠੀਕ ਹੈ। ਕਿੱਲੇ ਚੋਂ ਕਿੰਨਾ ਕੁ ਨਿਕਲ ਆਉਂਦਾ? ਆਪਣੇ ਇਸ ਇਲਾਕੇ 'ਚ ਚਿਸ਼ਤੀਆਂ ਵਾਲੇ ਇਲਾਕੇ ਦੇ ਵਿੱਚ ਨਾ 20 ਮਣ ਨਿਕਲ ਆਉਂਦਾ ਭਾਜੀ। ਅੱਛਾ, 20 ਮਣ, 25 ਮਣ, 18 ਮਣ, 20 ਮਣ, ਕਿਉਂਕਿ ਮੌਸਮ ਨੇ ਹਰ ਕੀ ਸਾਥ ਦੇ ਰਿਹਾ। 4-5 ਸਾਲ ਹੋ ਗਿਆ। ਹਾਂਜੀ, ਤੇ ਜ਼ਿਮੀਂਦਾਰ ਜਿਹੜਾ ਨਾ ਨਰਮੇ ਦੇ ਵਿੱਚੋਂ ਸਾਰੇ ਕੀ ਜਾ ਰਿਹਾ। ਰੇਟ ਵੱਲੋਂ ਜਾਂ ਵੈਸੇ? ਰੇਟ ਵੱਲੋਂ ਵੀ ਤੇ ਐਵਰੇਜ ਵੱਲੋਂ ਵੀ ਫਸਲ ਦੀ ਹੁੰਦੀ ਆ। ਅੱਛਾ, ਸਹੀ ਹੋ ਗਿਆ। ਇਹ ਕਾਫੀ 2-3 ਸਾਲ ਹੋ ਗਏ ਵੈਰਾਈਟੀ ਆਈ ਨੂੰ, ਜਿਨ੍ਹਾਂ ਨੇ ਲੋਕਾਂ ਨੇ ਲਾਏ ਆ ਤਕਰੀਬਨ ਉਹਨਾਂ ਦਾ 20 ਮਣ ਨਿਕਲ ਗਿਆ। ਜਿਨ੍ਹਾਂ ਲੋਕਾਂ ਨੇ ਤੋਂ ਘੱਟ ਕੇ ਵੈਰਾਈਟੀਆਂ ਲਾਈਆਂ ਸੀ ਉਹਨਾਂ ਦਾ 10 ਮਣ, 12 ਮਣ, 13 ਮਣ, 14 ਮਣ, ਬਸ। ਤੇ ਖਰਚਾ ਵੀ ਇਹਦੇ ਨਾਲ ਦੁੱਗਣਾ ਕੀਤਾ। ਅੱਛਾ ਭਾਈ ਅਜਮਲ, ਤੁਸੀਂ ਮੌਸਮ ਦੀ ਗੱਲ ਕਰ ਰਹੇ ਸੀ, ਅਗਰ ਅੱਲਾ ਨਾ ਕਰੇ ਇੱਥੇ ਬਾਰਿਸ਼ ਪੈ ਜਾਂਦੀ ਹੈ, ਹਾਂਜੀ, ਇਹ ਦੁਬਾਰਾ ਬੀਜਣਾ ਪਏਗਾ ਜਾਂ ਇਹੀ ਬਹਾਲ ਹੋ ਜਾਏਗਾ? ਇਹ ਬਹਾਲ ਹੋ ਜਾਏਗਾ ਜੀ। ਪਲੰਟਰ ਕਾਸ਼ਤ ਹੋ ਜਾਏਗੀ, ਜਿਹੜਾ ਡਰਿਲ ਕਾਸ਼ਤ ਹੈ ਉਹ ਨਹੀਂ ਹੁੰਦੀ ਜੀ। ਅੱਛਾ, ਹਾਂਜੀ, ਇਹਦਾ ਇਹ ਵੀ ਫਾਇਦਾ ਹੈ। ਵਾਹ ਜੀ ਵਾਹ, ਮਾਸ਼ਾਅੱਲਾ। ਯਾਨੀ ਕਿ ਤੁਸੀਂ ਲਾਤਾ ਵਾ, ਬਾਰਿਸ਼ ਪੈ ਜਾਏ ਇਹਨੂੰ ਕੋਈ ਮਸਲਾ ਨਹੀਂ ਬਣੇਗਾ। ਦੁਬਾਰਾ ਫਿਰ ਪਾਣੀ ਲਾ ਦੋ ਉੱਗ ਆਏਗਾ। ਅੱਛਾ, ਬੜੀ ਗੱਲ। ਤੇ ਜਿਹੜੀ ਇਹ ਡਰਿਲ ਕਾਸ਼ਤ ਉਹ ਨਹੀਂ, ਉਹ ਫਿਰ ਖਰਾਬ ਹੋ ਜਾਂਦੀ ਹੈ। ਅੱਛਾ, ਸਹੀ ਹੋ ਗਿਆ। ਹਾਂਜੀ। ਅੱਛਾ, ਜਿਹੜੇ ਮੇਰੇ ਭਾਈ ਵੇਖ ਰਹੇ ਆ ਕਿਸਾਨ ਤੁਹਾਨੂੰ, ਉਹਨਾਂ ਨੂੰ ਕੀ ਪੈਗਾਮ ਹੈ, ਡਰਿਲ ਕਰਨ ਜਾਂ ਪਲੰਟਰ ਕਰਨ? ਮੇਰਾ ਤਾਂ ਮਸ਼ਵਰਾ ਇਹ ਹੈ ਕਿ ਇਸ ਟਾਈਮ ਜਿਹੜਾ ਐਂਡ ਤੇ ਸੀਜ਼ਨ ਪਹੁੰਚਿਆ ਆ ਕਿ ਟੈਂਪਰੇਚਰ ਜ਼ਿਆਦਾ ਹੋ ਗਿਆ, ਪਲੰਟਰ ਕਰਨਾ ਚਾਹੀਦਾ। ਅੱਛਾ, ਹਾਂਜੀ, ਜੇ ਪਾਣੀ ਦੀ ਸਹੂਲਤ ਹੈਗੀ ਹੈ, ਜੇ ਪਾਣੀ ਦੀ ਸਹੂਲਤ ਨਹੀਂ ਹੈਗੀ ਫਿਰ ਨਾ ਕਰਨਾ ਪਲੰਟਰ। ਅੱਛਾ ਭਾਈ ਅਜਮਲ, ਇਹ ਕਿੰਨੇ ਦਿਨ ਯਾਨੀ ਕਿ ਨਰਮੇ ਦੀ ਕਾਸ਼ਤ ਹੁੰਦੀ ਰਹਿੰਦੀ ਹੈ? ਕਿੰਨੀ ਡੇਟ ਤੋਂ ਸ਼ੁਰੂ ਹੁੰਦਾ ਹੈ? ਤੇ ਭਾਈ ਜੀ ਸਭ ਤੋਂ ਪਹਿਲੇ ਅਸਾਂ ਪਿੰਡ 'ਚ ਸ਼ੁਰੂ ਹੋਏ ਸਾਂ 10 ਅਪ੍ਰੈਲ ਨੂੰ। ਅੱਛਾ, ਕਾਸ਼ਤ ਸ਼ੁਰੂ ਕੀਤੀ ਆ ਤੇ ਅੱਜ ਯਾਨੀ ਕਿ 1 ਮਹੀਨਾ ਹੋ ਗਿਆ ਤਕਰੀਬਨ। ਮਹੀਨਾ ਹੋ ਗਿਆ ਤੇ ਹਜੇ ਵੀ ਕੰਮ ਤੁਹਾਡਾ ਤਾਂ ਚੱਲ ਰਿਹਾ, ਤਕਰੀਬਨ 10 ਦਿਨ ਹੋਰ ਲੱਗ ਜਾਣੇ। ਅੱਛਾ ਹਾਂਜੀ। ਅੱਛਾ ਭਾਈ, ਇਹ ਅਗਰ ਜਲਦੀ ਬੀਜਿਆ ਜਾਏ ਤੇ ਉਹਦੇ ਕੀ ਫਾਇਦੇ ਆ, ਲੇਟ ਬੀਜਿਆ ਜਾਏ ਤੇ ਉਹਦੇ ਕੀ ਨੁਕਸਾਨ ਨੇ? ਜਲਦੀ ਬੀਜਿਆ ਜਾਏ ਫਾਇਦੇ ਆ ਕਿ ਐਵਰੇਜ ਅੱਛੀ ਬਣ ਜਾਂਦੀ ਆ, ਖਰਚਾ ਕਮ ਕਰਨਾ ਪੈਂਦਾ। ਅੱਛਾ, ਬਿਮਾਰੀਆਂ ਘੱਟ ਪੈਂਦੀਆਂ। ਅੱਛਾ, ਤੇ ਜੇ ਲੇਟ ਬੀਜੋਗੇ ਖਰਚਾ ਵੀ ਜ਼ਿਆਦਾ ਕਰਨਾ ਪਏਗਾ, ਖਪਤ ਵੀ ਜ਼ਿਆਦਾ, ਮਿਹਨਤ ਵੀ ਜ਼ਿਆਦਾ ਕਰਨੀ ਪਏਗੀ ਤੇ ਐਵਰੇਜ ਕਮ ਆਏ। ਸਹੀ ਗੱਲ ਹੈ ਜੀ। ਇਹ ਤਕਰੀਬਨ ਅਪ੍ਰੈਲ ਦੇ ਮਹੀਨੇ ਦੇ ਵਿੱਚ ਬੀਜਿਆ ਜਾਣਾ ਚਾਹੀਦਾ। ਅੱਛਾ, ਠੀਕ ਹੋ ਗਿਆ ਭਾਈ। ਅੱਛਾ ਭਾਈ, ਸਾਨੂੰ ਹੁਣ ਆਪਣਾ ਪਲੰਟਰ ਵੀ ਵਿਖਾਓ ਤੇ ਜਿਹੜੀਆਂ ਖੇਲਾਂ ਬਣਾ ਰਹੇ ਹੋ ਇਹ ਵੀ ਵਿਖਾਓ। ਚਲੋ ਜੀ, ਆਪ ਦੇਖੋ ਜੀ। ਉਠੋ ਜੀ। ਆਓ ਜੀ, ਤੁਹਾਨੂੰ ਹੁਣ ਖੇਲਾਂ ਬਣਦੀਆਂ ਹੋਈਆਂ ਵੀ ਵਿਖਾਉਨੇ ਆ ਤੇ ਪਲੰਟਰ ਵੀ ਵਿਖਾਉਨੇ ਆ ਕਿ ਇਹਦਾ ਕੀ ਤਰੀਕਾਕਾਰ ਹੈ। ਇਹ ਵੀ ਹਰ ਬੰਦੇ ਦਾ ਕੰਮ ਨਹੀਂ ਜੇ, ਤਜਰਬਾਕਾਰ ਹੋਣਾ ਜ਼ਰੂਰੀ ਹੈ। ਇਹ ਮਾਸ਼ਾਅੱਲਾ ਸੋਹਣੀਆਂ ਖੇਲਾਂ ਬਣਾਈਆਂ ਹੋਈਆਂ ਨੇ। ਇਹ ਖੇਲਾਂ ਕੱਢਣ ਵਾਸਤੇ ਵੀ ਤਜਰਬਾਕਾਰ ਡਰਾਈਵਰ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਹਰ ਬੰਦਾ ਇਹ ਕੰਮ ਨਹੀਂ ਕਰ ਸਕਦਾ ਤਜਰਬੇ ਤੋਂ ਬਗੈਰ। ਵਾਲੇਕੁਮ ਰਹਿਮਾਨ ਭਾਈ, ਕੀ ਹਾਲ ਜੇ? ਅੱਛਾ ਭਾਈ, ਇਹਦੇ ਵਾਸਤੇ ਵੀ ਕੋਈ ਟ੍ਰੇਨਿੰਗ ਚਾਹੀਦੀ ਹੈ ਪਲੰਟਰ ਕਰਨ ਵਾਸਤੇ? ਜੀ ਬਿਲਕੁਲ। ਆਮ ਬੰਦਾ ਕਰ ਸਕਦਾ ਜਾਂ ਨਹੀਂ? ਆਮ ਬੰਦੇ ਨਹੀਂ ਕਰ ਸਕਦਾ ਜੀ? ਸਾਗਬ ਆਮ ਬੰਦਾ ਕਰੇਗਾ ਨਾ ਤੇ ਜਿਹੜੀਆਂ ਮਸ਼ੀਨਾਂ ਪਿੱਛੇ ਲੱਗੀਆਂ ਨਾ, ਹਾਂਜੀ, ਬੰਨਿਆਂ ਦੇ ਉੱਤੇ ਦਰਖਤ ਵਗੈਰਾ ਹੁੰਦੇ ਆ, ਹਾਂਜੀ, ਉੱਥੇ ਦੀ ਕਟਾਈ ਕਰਨ ਲੱਗੇ ਵਿੱਚ ਮਾਰ ਕੇ ਤੇ ਤੋੜ ਕੇ ਘਰ ਲੈ ਜਾਏਗਾ। ਅੱਛਾ। ਭਾਈ ਅਜਮਲ, ਕਿਹੜਾ ਟਰੈਕਟਰ ਆਪਣੇ ਕੋਲ ਜੀ? ਭਾਜੀ ਸਾਡੇ ਕੋਲ ਦਬਾਨ ਹੈ। ਅੱਛਾ, ਇਹਦੀ ਉਹ ਕੱਪੜੇ ਛੱਪੜੇ ਕਿਉਂ ਲਾਏ ਜੇ? ਭਾਜੀ ਇਹਨੂੰ ਗਰਮੀ ਹੋਈ ਆ ਤੇ ਸਿਲਕਾ ਪਿਆ ਆ, ਹੁਣ ਠੀਕ ਹੋਏਗਾ। ਅੱਛਾ, ਟਰੈਕਟਰਾਂ ਨੂੰ ਵੀ ਗਰਮੀ ਲੱਗਦੀ ਹੈ? ਹਾਂਜੀ ਭਾਜੀ, ਲੱਗਦੀ ਜੋ ਥ੍ਰੈਸ਼ਰ ਪਾਈ ਦੀ ਆ ਨਾ, ਗਰਮੀ ਲੱਗਦੀ। ਜਿਹਦਾ ਕਹਿੰਦਾ ਨਾ ਕਿ ਮੇਰਾ ਟਰੈਕਟਰ ਗਰਮ ਨਹੀਂ ਹੁੰਦਾ, ਉਹ ਸਾਡੇ ਕੋਲ ਲੈ ਕੇ ਆਵੇ, ਵੇਖ ਲਾਂਗੇ ਭਲਾ ਗਰਮ ਕਿਉਂ ਨਹੀਂ ਹੁੰਦਾ। ਅੱਛਾ, ਇਹ ਦਬੰਗ ਟਰੈਕਟਰ ਜੇ? ਹਾਂਜੀ, ਦਬੰਗ ਹੈ ਜੀ। ਦਬੰਗ ਟਰੈਕਟਰ ਦੇ ਬਾਰੇ ਵੀ ਜ਼ਰਾ ਦੱਸ ਦਿਓ, ਕੈਸਾ ਟਰੈਕਟਰ ਹੈ? ਦਬੰਗ ਟਰੈਕਟਰ ਕਿੰਨੇ ਸਾਲਾਂ ਤੋਂ ਤੁਸੀਂ ਚਲਾ ਰਹੇ ਹੋ? ਇਹ ਜੀ ਅਸਾਂ ਸਨ 17 ਚ ਲਿਆ ਸੀ ਪਹਿਲੇ ਇੱਕ। ਅੱਛਾ। ਉਹ ਅਸਾਂ ਫਿਰ 1 ਸਾਲ ਚਲਾ ਕੇ ਵੇਚਤਾ ਸੀ।
ਮੁੜ ਕੇ ਅਸਾਂ ਦੁਬਾਰੇ 85 ਲੈ ਲਿਆ, 85 ਸਾਡੀ ਸਮਝ 'ਚ ਨਹੀਂ ਆਇਆ। ਅੱਛਾ ਮੁੜ ਕੇ ਅਸਾਂ ਵੇਚ ਕੇ ਰੂਸੀ ਲੈ ਲਿਆ। ਅੱਛਾ ਅੱਛਾ ਚਲਾਇਆ ਸਾਂ ਇੱਕ ਸੀਜ਼ਨ, ਹਾਂਜੀ ਉਹ ਰੂਸੀ ਨੇ ਸਾਡਾ ਲੱਗਦਾ ਸਾਰਾ ਕੁਝ ਹੀ ਪਕਾ ਦੇਣ ਲੱਗਾ ਸੀ। ਹਾਂਜੀ ਤੇ ਮੁੜ ਕੇ ਫਿਰ ਅਸਾਂ ਨਹੀਂ ਮਾੜਾ ਟਰੈਕਟਰ, ਫਿਰ ਅਸਾਂ ਇਹ ਲੈਂਦਾ ਸੀ। ਇਹ ਠੀਕ ਹੈ, ਐਵਰੇਜ ਵੀ ਠੀਕ ਹੈ, ਐਵਰੇਜ ਵੀ ਠੀਕ ਹੈ, ਉਵੇਂ ਵੀ ਠੀਕ ਹੈ, ਕੰਮ ਸਹੀ ਦੇਈ ਜਾ ਰਿਹਾ। ਛੋਟੀਆਂ ਛੋਟੀਆਂ ਅੱਛਾ। ਖਾਮੀਆਂ ਕੰਪਨੀ ਚਾਹੀਦਾ ਦੂਰ ਕਰਨੀਆਂ, ਉਹਨਾਂ ਨੇ ਇਹ 'ਚੋਂ ਦੂਰ ਨਹੀਂ ਕੀਤੀਆਂ ਤੇ ਇਹਦੀ ਵਜ੍ਹਾ ਤੋਂ ਫਿਰ 850 ਕੱਢਤਾ ਅੱਛਾ। ਬੰਦ ਕਰਕੇ। ਹਾਂ। ਜਿਹੜੀਆਂ ਖਾਮੀਆਂ ਦਬੰਗ 'ਚ ਸੀ ਉਹ ਹੀ 850 ਦੀ ਖਾਮੀਆਂ। ਅੱਛਾ ਭਾਈ ਅਜਮਲ, ਜਿੱਦੀ ਕੋਈ ਮੁਰੱਬਾ ਜ਼ਮੀਨ ਰਕਬਾ ਹੈ, ਉਹਨੂੰ ਕਿਹੜਾ ਟਰੈਕਟਰ ਰੱਖਣਾ ਚਾਹੀਦਾ? ਉਹ ਮੇਰੇ ਹਿਸਾਬ ਨਾਲ ਤੇ ਮੈਸੀ ਵਗੈਰਾ ਲੈ ਲੈ ਜਾਂ ਗਾਦੀ ਵਗੈਰਾ ਲੈ ਲੈ ਜਾਂ 640 ਲੈ ਲੈ, ਦਬੰਗ ਨਾ ਲਵੇ। ਤੇ ਜਿਨ੍ਹਾਂ ਨੇ ਕੈਰੇਜ ਕਰਨਾ ਹੈ, ਜਿਹਨੇ ਚਾਰਜ ਕਰਨਾ ਆ ਉਹ ਲੈ ਲੈ ਕਾਫੀ। ਤੁਸੀਂ ਕੀ ਕਹਿ ਰਹੇ ਸੀ ਤੁਸੀਂ? ਮੈਂ ਭਾਜੀ ਇਹ ਕਹਿ ਰਿਹਾ ਸਾਂ ਕਿ ਦਬੰਗ ਟਰੈਕਟਰ ਮਾੜਾ ਨਹੀਂ ਹੈਗਾ, ਸਿਰਫ ਮਸਲਾ ਹੈ ਕਿ ਇਹਦੀ ਰੀਲ ਸੇਲ ਨਹੀਂ ਹੈਗੀ। ਅੱਛਾ ਅੱਛਾ ਬਾਕੀ ਠੀਕ ਹੈ, ਬਾਕੀ ਛੋਟੀਆਂ ਛੋਟੀਆਂ ਖਾਮੀਆਂ ਕੰਪਨੀ ਨੂੰ ਚਾਹੀਦਾ ਸੀ ਦੂਰ ਕਰਨੀਆਂ। ਕੰਪਨੀ ਨੇ ਇਹਨੂੰ ਬੰਦ ਕਰਕੇ 850 ਕੱਢਤਾ। ਅੱਛਾ ਇਹ ਖਤਮ ਹੋ ਗਿਆ? ਹਾਂਜੀ ਇਹ ਬੰਦ ਕਰਤਾ, ਇਹਦੀ ਜਗ੍ਹਾ ਤੇ 850 ਕੱਢਤਾ, ਸੇਮ ਇਹ ਆ। ਅੱਛਾ ਬਸ ਇੱਕ ਦੋ ਜਿਹੜੀਆਂ ਉਹਨਾਂ ਨੇ ਵਿੱਚ ਤਬਦੀਲੀਆਂ ਕੀਤੀਆਂ ਆ, ਹਾਂਜੀ। ਉਸ ਤੋਂ ਬਾਕੀ ਜਿਹੜੇ ਰੋਗ ਇਹਦੇ ਵਿੱਚ ਸੀ ਉਹੀ ਰੋਗ 850 ਚ ਆ। ਅੱਛਾ ਅੱਛਾ ਬਾਕੀ ਉਹ ਟਰੈਕਟਰ ਮਾੜਾ ਨਹੀਂ ਹੈਗਾ, ਰੀ ਸੇਲ ਨਹੀਂ ਹੈਗੀ। ਜੇ ਮੇਰੇ ਕਿਸਾਨ ਦੋਸਤਾਂ ਨੂੰ ਇਹ ਮਸਲਾ ਟਰੈਕਟਰ ਉਹ ਲੈਣਾ ਚਾਹੀਦਾ ਕਿ ਜਿਹਦੀ ਰੀ ਸੇਲ ਹੋਵੇ, ਕਿਉਂਕਿ ਜ਼ਿਮੀਦਾਰ ਦਾ ਸਰਮਾਇਆ ਟਰੈਕਟਰ ਵਗੈਰਾ ਹੀ ਹੁੰਦਾ। ਲਓ ਜੀ ਇਹ ਭਾਈ ਨੂੰ ਇੱਕ ਹੋਰ ਜੁਗਾੜ ਲਾਈ ਖੜੇ ਨੇ, ਇਹ ਵੀ ਤੁਹਾਨੂੰ ਵਿਖਾਉਣੇ ਆ। ਇਹ ਭਾਈ ਹੁਣੀ ਨਰਮੇ ਦਾ ਜਿਹੜਾ ਬੀਜ ਹੈ, ਤੇ ਭਾਜੀ ਬੀ ਬਦਲ ਕਿਉਂ ਰਹੇ ਹੋ? ਦੇ ਵਿੱਚ ਬਰਾਬਰ ਕਰ ਰਹੇ ਨੇ ਤਾਂ ਕਿ ਕੋਈ ਅੱਛਾ ਅੱਛਾ ਵੱਧ ਘੱਟ ਸੀ ਬਰਾਬਰ ਕਰ ਰਹੇ ਹੋ ਹੈ, ਜਿੱਥੇ ਨਰਮੇ ਦਾ ਕੀੜਾ ਕੋਈ ਨਾ ਖੇਲ ਹੋਵੇ। ਰਹਿ ਨਾ ਜਾਵੇ। ਆਓ ਜੀ ਹੁਣ ਤੁਹਾਨੂੰ ਬਾਈ ਉਹਨਾਂ ਦਾ ਦਬੰਗ ਟਰੈਕਟਰ ਦਾ ਪੂਰਾ ਵਿਊ ਵਿਖਾਉਂਦੇ ਆ। ਮਾਸ਼ਾਅੱਲਾ ਜੀ ਸੋਹਣਾ ਸਜਾਇਆ ਹੋਇਆ ਹੈ, ਬੰਪਰ ਛੱਤ ਲੱਗੀ ਹੋਈ ਹੈ। ਇਹ ਲੋ ਜੀ ਇਹ ਜਗਾੜ ਚੈੱਕ ਕਰੋ ਜੀ, ਇਹ ਜੰਦਰੇ ਨਾਲ ਜਿਹੜੇ ਆ ਟੋਕੂ, ਸ਼ਾਇਦ ਇਹਨਾਂ ਨੂੰ ਟੋਕੂ ਕਹਿੰਦੇ ਆ, ਉਹ ਬਣਾ ਰਹੇ ਨੇ। ਇਹ ਹੁਣ ਬਾਈ ਅਜਮਲ ਕੋ ਮਜ਼ੀਦ ਇਸ ਬਾਰੇ ਪੁੱਛਦੇ ਆ। ਅੱਛਾ ਭਾਈ ਅਜਮਲ, ਮੈਂ ਵੀਡੀਓ ਬਣਾ ਲਿਆ, ਆ ਬੰਦਾ ਕੀ ਕਰ ਰਿਹਾ ਪਿੱਛੇ, ਜੰਦਰਾ ਕਿਉਂ ਲਾਈ ਜਾ ਰਿਹਾ? ਟੋਕੂ ਕੱਢ ਰਿਹਾ ਪਾਣੀ ਵਾਲੇ, ਇਹ ਸਾਡੇ ਪਲੰਟਰ ਦਾ ਤਵਾ ਖਰਾਬ ਹੋਇਆ। ਅੱਛਾ ਟੋਕੂ ਕੱਢਣ ਵਾਲਾ। ਅੱਛਾ ਅੱਛਾ, ਹਾਂਜੀ ਤੇ ਨਹੀਂ ਤੇ ਤਵਾ ਕੰਮ ਕਰ ਦਿੰਦਾ। ਹਾਂਜੀ ਇਹ ਤਵਾ ਕੰਮ ਕਰਦਾ। ਤੇ ਇਹ ਦੇਸੀ ਜੁਗਾੜ ਹੈ, ਹਾਂਜੀ ਇਹ ਟੋਕੂ ਕੱਢਣਾ ਜ਼ਰੂਰੀ ਹੈ? ਹਾਂਜੀ ਇਹ ਕੱਢਾਂਗੇ ਤਾਂ ਖੇਲ ਨੂੰ ਸਿੱਧਾ ਹੋਏਗਾ ਤੇ ਪਾਣੀ ਜਾਏਗਾ। ਅੱਛਾ ਅੱਛਾ, ਨਹੀਂ ਤਾਂ ਹਾਂਜੀ ਭਾਈ, ਨਰਮੇ ਦੀ ਕਾਸ਼ਤ ਜਲਦੀ ਕਰਨੀ ਚਾਹੀਦੀ ਜਾਂ ਲੇਟ? ਜਲਦੀ ਕਰਨਾ ਚਾਹੀਦਾ ਤੇ ਸੈੱਟ ਵੀ ਕਰਨਾ ਚਾਹੀਦਾ। ਅੱਛਾ, ਤੁਸੀਂ ਹੁਣ ਲੇਟ ਨਹੀਂ ਹੋਏ? ਨਹੀਂ ਲੇਟ ਹੋਏ, ਅਸੀਂ ਪਲਾਂਟਰ ਇਸੇ ਤੋਂ ਕਰੀ ਜਾਂਦੇ। ਅੱਛਾ ਅੱਛਾ, ਇਹੀ ਪਲਾਂਟਰ ਦੇ ਫਾਇਦੇ। ਲੇਟ ਹੋ ਜੇ ਤੇ ਪਲੰਟਰ ਲਾ ਕਰ ਲਓ। ਹਾਂ ਪਲਾਂਟਰ ਹੀ ਕਰਨਾ ਚਾਹੀਦਾ। ਅੱਗੇ ਮੈਂ ਵੇਖ ਰਿਹਾ ਸੀ ਉਧਰ ਤੁਸੀਂ ਉਹ ਦੂਸਰਾ ਡਰਿੱਲਾ ਕੀਤਾ ਹੈ, ਨਹੀਂ ਉਹ ਅੱਲਾ ਕਰੇ ਹੋਰ 2-3 ਦਿਨਾਂ ਤੱਕ ਅਸੀਂ ਦੁਬਾਰਾ ਫੇਰ ਸੱਦਾਂਗੇ ਅਜਮਲ ਸਾਹਿਬ। ਉਹ ਦੁਬਾਰਾ ਹਾਂ। ਕਰਨਾ ਪਲੰਟਰ, ਪਲੰਟਰ ਉਹ ਵਾਹ ਦੇਣਾ ਜੇ ਹਾਂ ਬਾਅਦ ਤੇ ਉਹ ਤਾਂ ਨੁਕਸਾਨ ਹੋ ਜਾਏਗਾ। ਨੁਕਸਾਨ ਹੋਇਆ ਹੀ ਹੋਣਾ ਭਾਈ, ਕਿਤੇ ਖੁਸ਼ੀ ਨਾਲ ਵੀ ਹੁੰਦਾ। ਅੱਛਾ। ਭਾਜੀ ਟੈਂਪਰੇਚਰ ਬਹੁਤ ਜ਼ਿਆਦਾ ਹੋ ਉਹ ਨਹੀਂ ਉਗਿਆ ਸਹੀ ਹੈ? ਉੱਗੇਗਾ ਸਹੀ, ਹਾਂਜੀ। ਸੱਜੇਗਾ ਕਿਉਂਕਿ ਇਸ ਟਾਈਮ ਤੱਤੀ ਲੋ ਚੱਲ ਰਹੀ ਹੈ। ਅੱਛਾ ਅੱਛਾ, ਸਹੀ ਹੋ ਟੈਂਪਰੇਚਰ ਗਿਆ। ਤਕਰੀਬਨ 45 ਦੇ ਲਾਗੇ ਆ। ਅੱਛਾ ਅੱਛਾ ਭਾਈ, ਪਹਿਲੀ ਦਫਾ ਪਲੰਟਰ ਕਰਵਾ ਰਹੇ ਹੋ, ਪਹਿਲੇ ਵੀ ਕਰਾਉਂਦੇ ਹੋ? ਨਹੀਂ ਇਹ 2 ਸਾਲ 3 ਸਾਲ ਤੋਂ ਹੋ ਗਿਆ। ਠੀਕ ਹੈ, ਰਿਜ਼ਲਟ ਆ ਰਿਹਾ। ਤੇ ਕਿਸਾਨ ਭਾਈਆਂ ਵਾਸਤੇ ਕੀ ਪੈਗਾਮ ਹੈ? ਬਸ ਠੀਕ ਆ। ਫਿਰ ਦੂਸਰਾ ਪਲੰਟਰ ਕਰਾਇਆ ਕਰੋ ਨਾ, ਇਹ ਹਾਂ, ਦੱਸੋਗੇ? ਪਲਾਂਟਰ ਹੀ ਕਰਾਓ, ਪਲੰਟਰ ਹੀ ਕਰਾਉਣ, ਪਲਾਂਟਰ ਹੀ ਕਰਾਉਣ ਤੇ ਬਾਕੀ ਨੁਕਸਾਨ ਤੋਂ ਬਚਣਗੇ। ਨੁਕਸਾਨ ਤੋਂ- ਮੀਂਹ ਆ ਜਾਵੇ ਕੋਈ ਨੁਕਸਾਨ ਤੇ ਨਹੀਂ ਹੁੰਦਾ ਬਾਰਿਸ਼ ਦਾ? ਕੋਈ ਨੁਕਸਾਨ ਨਹੀਂ। ਲਓ ਜੀ ਭਾਈ ਹੁਣੀ ਵੀ ਹੁਣ ਰੈਸਟ ਕਰਨ ਲੱਗੇ ਨੇ। ਦੁਪਹਿਰ ਦਾ ਟਾਈਮ ਹੈ ਤੇ ਪਾਣੀ ਜਾਮੇ ਸ਼੍ਰੀ ਵਾਲਾ ਬਣ ਕੇ ਆਇਆ ਇਹਨਾਂ ਵਾਸਤੇ। ਪਾਣੀ ਸ਼ਾਣੀ ਪੀਣਗੇ, ਕੋਈ ਖਾਣਾ ਸ਼ਾਣਾ ਖਾਣਗੇ, ਉਸ ਤੋਂ ਬਾਅਦ ਦੁਬਾਰਾ ਜਿਹੜਾ ਰਹਿ ਗਿਆ ਕੰਮ ਉਹ ਫੇਰ ਸ਼ੁਰੂ ਕਰਨਗੇ। ਲਿਆਓ ਜੀ ਅਸੀਂ ਵੀ ਹੁਣ ਪਾਣੀ ਦਾ ਗਲਾਸ ਪੀ ਲਈਏ। ਭਾਈ ਹੁਣੀ ਪਾਣੀ ਪੀਣ ਤੋਂ ਬਾਅਦ ਆਪਣੀ ਮਸ਼ੀਨਰੀ ਜਿਹੜੀ ਹੈ ਉਹ ਠੀਕ ਕਰ ਰਹੇ ਨੇ। ਮਸ਼ੀਨਰੀ ਦਾ ਵੀ ਖਿਆਲ ਲਾਜ਼ਮੀ ਰੱਖਿਆ ਕਰੋ। ਅਗਰ ਤੁਸੀਂ ਦੇਖਭਾਲ ਨਹੀਂ ਕਰੋਗੇ ਤੇ ਅੱਲਾ ਨਾ ਕਰੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਸਾਨੂੰ ਦਿਓ ਹੁਣ ਇਜਾਜ਼ਤ। ਵੀਡੀਓ ਚੰਗੀ ਲੱਗੇ ਤੇ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ। ਭਾਈ ਅਜਮਲ ਤੁਹਾਡੀ ਵੀ ਬੜੀ ਮਿਹਰਬਾਨੀ ਤੇ ਸ਼ੁਕਰੀਆ। ਹੱਸਦੇ ਰਹੋ, ਵਸਦੇ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ।